व्यूअर्स वेलकम बैक इन अवर प्रोग्राम जी डॉक्टर साहब हुण साडे दर्शकां नूं दसो अज दे दिन दी सिख हिस्टरी ਅਤੇ वर्ल्ड हिस्टरी विच की अहमियत है। सिख इतिहास के हवाले नाल 1606 ਦੇ ਵਿੱਚ ਅੱਜ ਦੇ ਦਿਨ ਰਾਇਲ ਡੈਕਰੀ ਜਿਹਨੂੰ ਕਹਿੰਦੇ ਨੇ ਗੁਰੂ ਅਰਜਨ ਸਾਹਿਬ ਦੇ ਖਿਲਾਫ ਮੁਗਲਿਆ ਰਾਜ ਦਾ ਜਿਹੜਾ ਉਹ ਆਦੇਸ਼ ਆਇਆ ਕਿ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਏ ਜਾਂ ਉਹਨਾਂ ਨੂੰ ਲਾਹੌਰ ਜਿਹੜਾ ਉਹ ਲਿਆਉਣ ਦਾ ਆਰਡਰ ਜਾਰੀ ਕੀਤਾ ਗਿਆ। ਹਾਲਾਂਕਿ ਗੁਰੂ ਅਰਜਨ ਸਾਹਿਬ ਆਪ ਹੀ 5 ਸਿੱਖਾਂ ਦੇ ਨਾਲ ਇਹ ਉਹਨਾਂ ਦਾ ਆਰਡਰ ਮਿਲਣ ਤੋਂ ਬਾਅਦ ਲਾਹੌਰ ਗਏ ਔਰ ਜਿਵੇਂ ਮੁਗਲ ਨਾਨਕਸ਼ਾਹੀ ਕੈਲੰਡਰ ਮੁਤਾਬਕ 16 ਜੂਨ ਨੂੰ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਨ ਆ ਰਿਹਾ ਜੀ। 1704 ਦੇ ਵਿੱਚ ਅੱਜ ਦੇ ਦਿਨ ਅਨੰਦਪੁਰ ਸਾਹਿਬ ਨੂੰ ਇੱਕ ਵਾਰ ਫਿਰ 22 ਤਾਰ ਦੇ ਪਹਾੜੀ ਰਾਜਿਆਂ ਦੀ ਵੱਡੀ ਫੌਜ ਨੇ ਘੇਰਾ ਪਾਇਆ, ਜਿਹੜਾ ਕਿ ਲੰਬਾ ਵਕਤ 8-9 ਮਹੀਨੇ ਚੱਲਿਆ। ਉਹਨਾਂ 'ਚ ਸਰਹੰਦ ਦੀਆਂ ਫੌਜਾਂ, ਲਾਹੌਰ ਦੀਆਂ, ਦਿੱਲੀ ਦੀਆਂ ਫੌਜਾਂ ਵੀ ਬਾਅਦ ਦੇ ਵਿੱਚ ਸ਼ਾਮਲ ਹੁੰਦੀਆਂ ਗਈਆਂ। 8-9 ਮਹੀਨੇ ਘੇਰਾ ਚੱਲਿਆ ਜੀ। 1930 ਦੇ ਵਿੱਚ ਅਕਾਲੀ ਜਥਾ ਮਾਸਟਰ ਤਾਰਾ ਸਿੰਘ ਦੀ ਕਮਾਂਡ 'ਚ ਪਠਾਣਾਂ ਦੀ ਮਦਦ ਦੇ ਲਈ ਪੇਸ਼ਾਵਰ ਦੇ ਵਿੱਚ ਗੋਲੀ ਚੱਲੀ ਸੀ, ਉਹਨਾਂ ਨੂੰ ਦਬਾਇਆ ਜਾ ਰਿਹਾ ਸੀ। ਸੋ ਅਸੀਂ ਸਿਰਫ ਇਤਿਹਾਸ ਦੇ ਵਿੱਚ ਲੜੇ ਤਾਂ ਜ਼ੁਲਮ ਦੇ ਖਿਲਾਫ ਹੈ, ਉਹ ਭਾਵੇਂ ਅਬਦਾਲੀ ਨੇ ਕੀਤੇ ਜਾਂ ਨਾਦਰ ਸ਼ਾਹ ਨੇ ਕੀਤੇ ਜਾਂ ਕਿਸੇ ਹੋਰ ਨੇ ਕੀਤੇ, ਪਰ ਇਹ ਕਹਾਣੀਆਂ ਵੀ ਨੇ ਵੀ ਕਿਵੇਂ ਸਿੱਖ ਤੇ ਪਠਾਨ ਜਾਂ ਸਿੱਖ ਤੇ ਮੁਸਲਮਾਨ ਜਿਹੜਾ ਉਹ ਨਾਲ ਮੋਢਾ ਜੋੜ ਕੇ ਜ਼ੁਲਮ ਦੇ ਖਿਲਾਫ ਲੜੇ ਨੇ। ਸੋ ਮਾਸਟਰ ਤਾਰਾ ਸਿੰਘ ਨੇ ਪਠਾਣਾਂ ਦੀ ਮਦਦ ਲਈ ਜਥਾ ਲਿਜਾ ਕੇ ਉੱਥੇ ਗ੍ਰਿਫਤਾਰੀ ਦੇਣ ਦਾ ਪ੍ਰੋਗਰਾਮ ਬਣਾਇਆ, ਪਰ ਉਹਨਾਂ ਨੂੰ ਰਸਤੇ 'ਚ ਹੀ ਗ੍ਰਿਫਤਾਰ ਕਰ ਲਿਆ ਗਿਆ। ਸੋ ਅੱਜ ਦੇ ਦਿਨ ਉਹ ਜਥਾ ਜਿਹੜਾ ਪੇਸ਼ਾਵਰ ਦੇ ਲਈ ਸ਼ੁਰੂ ਹੋਇਆ ਸੀ ਤਾਂ ਕਿ ਆਪਣੇ ਪਠਾਨ ਭਰਾਵਾਂ ਦੇ ਨਾਲ ਜਿਹੜਾ ਉਹ ਏਕਤਾ ਦਾ, ਸੋਲੀਡੈਰਿਟੀ ਦਾ ਵਿਖਾਵਾ ਕੀਤਾ ਜਾ ਸਕੇ। ਵਰਲਡ ਹਿਸਟਰੀ ਦੇ ਹਵਾਲੇ ਨਾਲ 526 ਦੇ ਵਿੱਚ ਇੱਕ ਸੀਰੀਆ ਦੇ ਵਿੱਚ ਜ਼ੋਰਦਾਰ ਭੂਚਾਲ ਆਇਆ ਜਿਹਦੇ 'ਚ 2.5 ਲੱਖ ਲੋਕ ਮਾਰੇ ਗਏ। 1498 'ਚ ਅੱਜ ਦੇ ਦਿਨ ਪੁਰਤਗਾਲ ਦਾ ਵਾਸੀ ਵਾਸਕੋ ਡੀ ਗਾਮਾ ਉਹ ਕਾਲੀਕਟ ਇੰਡੀਆ ਦੇ ਵਿੱਚ ਪਹੁੰਚਿਆ ਔਰ ਇਸ ਤਰੀਕੇ ਨਾਲ ਫਿਰ ਪੁਰਤਗਾਲੀ ਔਰ ਬਾਅਦ ਦੇ ਵਿੱਚ ਡੱਚ, ਅੰਗਰੇਜ਼, ਨਾਰਵੀਜੀਅਨਸ ਇਹ ਸਾਰੇ ਹੀ ਉੱਥੇ ਪਹੁੰਚਦੇ ਰਹੇ ਜੀ। ਅੱਜ ਅਸੀਂ ਬਾਲ ਪੈਨਸ ਨੇ ਲਿਖਣ ਦੇ ਕਈ ਤਰ੍ਹਾਂ ਦੇ ਹੋਰ ਨੇ, ਲੇਕਿਨ ਪਹਿਲੀ ਵਾਰ ਫਾਊਂਟੇਨ ਪੈਨ ਜਿਹਦੇ 'ਚ ਸਿਆਹੀ ਪੈਂਦੀ ਸੀ ਔਰ ਬੜਾ ਕਲਾਸੀ ਜਿਹੀ ਚੀਜ਼ ਹੁੰਦੀ ਸੀ, ਉਹ ਮਿਸਟਰ ਡੀ ਹਾਈਡ ਨੇ 1830 ਦੇ ਵਿੱਚ ਫਾਊਂਟੇਨ ਪੈਨ ਦਾ ਪੇਟੈਂਟ ਲਿਆ। 1892 ਦੇ ਵਿੱਚ ਜਾਰਜ ਸੈਂਪਸਨ ਨੇ ਕੱਪੜੇ ਸੁਕਾਉਣ ਦੇ ਜਿਹੜੇ ਡਰਾਇਰ ਨੇ ਅੱਜ ਸਾਡੇ ਘਰਾਂ 'ਚ ਲੱਗੇ ਹੋਏ ਜੀ, ਇਹਦਾ ਪੇਟੈਂਟ ਜਿਹੜਾ 1892 'ਚ ਲਿਆ। 1902 ਦੇ ਵਿੱਚ ਅਮਰੀਕਾ ਨੇ ਕਿਊਬਾ ਨੂੰ ਆਪਣੇ ਕਬਜ਼ੇ ਥੱਲੇ ਜਿਹੜਾ ਲਿਆ ਸੀ, 3 ਸਾਲ ਪਹਿਲਾਂ ਲਿਆ ਸੀ 1899 'ਚ, ਉਹਨੂੰ ਛੱਡ ਦਿੱਤਾ ਹੈ ਔਰ ਇਸ ਤਰ੍ਹਾਂ ਸਪੇਨ ਦਾ ਕਬਜ਼ਾ ਵੀ ਜਿਹੜਾ ਕਿਊਬਾ ਤੋਂ ਖਤਮ ਹੋਇਆ ਔਰ ਅੱਜ ਦੇ ਦਿਨ ਉਹਨਾਂ ਨੇ ਆਪਣੀ ਆਜ਼ਾਦੀ ਡਿਕਲੇਅਰ ਕੀਤੀ ਜੀ। 1926 ਦੇ ਵਿੱਚ ਟਾਮਸ ਐਡੀਸਨ ਜਿਹਨੇ ਹੋਰ ਵੀ ਕਈ ਕਾਢਾਂ ਕੱਢੀਆਂ ਸਾਇੰਸ, ਉਹਨੇ ਰੇਡੀਓ ਕਿ ਕਿਵੇਂ ਆਵਾਜ਼ ਜਿਹੜੀ ਹੈ ਉਹ ਪਹੁੰਚਾਈ ਜਾ ਸਕਦੀ ਹੈ, ਉਹਦੀ ਕਾਢ ਕੱਢੀ ਜੀ। 1927 ਦੇ ਵਿੱਚ ਸਾਊਦੀ ਅਰੇਬੀਆ ਬ੍ਰਿਟਨ ਤੋਂ ਆਜ਼ਾਦ ਹੋਇਆ, ਉਹਨਾਂ ਦੇ ਨਾਲ ਪੂਰਾ ਸਮਝੌਤਾ ਹੋਇਆ ਕਿ ਹੁਣ ਸਾਊਦੀ ਅਰੇਬੀਆ ਇੰਡੀਪੈਂਡੈਂਟ ਕੰਟਰੀ ਹੈ ਜੀ। 1942 ਦੇ ਵਿੱਚ ਪਹਿਲੀ ਵਾਰ US ਨੇਵੀ ਨੇ ਇਹ ਆਗਿਆ ਦਿੱਤੀ ਕਿ ਜਿਹੜੇ ਕਾਲੇ ਨੇ ਅਫਰੀਕਨ ਅਮਰੀਕਨ ਇਹ ਅਮਰੀਕਨ ਨੇਵੀ ਦੇ ਵਿੱਚ ਸ਼ਾਮਲ ਹੋ ਸਕਦੇ ਨੇ। 1944 ਦੇ ਵਿੱਚ ਅਮਰੀਕਾ ਦੇ ਵਿੱਚ ਵੀ ਉਦੋਂ ਤੱਕ ਕਮਿਊਨਿਸਟ ਪਾਰਟੀ ਹੁੰਦੀ ਸੀ, ਵਰਕਰ ਔਰ ਕੋਲ ਮਾਈਨਸ ਦੇ ਵਾਲੇ ਦੂਜੇ ਇਹਦੇ 'ਚ ਹੁੰਦੇ ਸੀ, ਉਹਨੂੰ ਖਤਮ ਕਰ ਦਿੱਤਾ ਗਿਆ। 1959 ਦੇ ਵਿੱਚ ਜਿਹੜੇ ਜਾਪਾਨੀ ਮੂਲ ਦੇ ਲੋਕ ਅਮਰੀਕਾ ਦੇ ਸਿਟੀਜ਼ਨ ਸਨ, ਜਿਨ੍ਹਾਂ ਦੀ ਸਿਟੀਜ਼ਨਸ ਦੂਸਰੇ ਸੰਸਾਰ ਯੁੱਧ ਦੇ ਦੌਰਾਨ ਇੱਥੇ ਸਾਰੇ ਜਾਪਾਨੀਆਂ ਨੂੰ ਤਾਰਾਂ ਦੇ ਵਿੱਚ ਰੱਖ ਕੇ ਆਲਮੋਸਟ ਕੈਦ ਵਾਂਗ ਰੱਖ ਲਿਆ ਸੀ ਜੀ, ਉਹਨਾਂ ਦੀ ਸਿਟੀਜ਼ਨਸ਼ਿਪ ਵੀ ਖਤਮ ਕਰ ਦਿੱਤੀ ਸੀ। 1959 'ਚ ਉਹਨਾਂ ਦੀ ਸਿਟੀਜ਼ਨਸ਼ਿਪ ਰੀਸਟੋਰ ਕੀਤੀ ਗਈ। 1961 ਦੇ ਵਿੱਚ ਵਾਈਟ ਮੌਬ ਨੇ, ਗੋਰਿਆਂ ਦੀ ਇੱਕ ਪੂਰੀ ਭੀੜ ਨੇ ਫਰੀडम ਰਾਈਡ ਦੇ ਥੱਲੇ ਜਿਹੜੇ ਲੋਕ ਆਜ਼ਾਦੀ ਦੇ ਲਈ ਸਿਵਲ ਲਿਬਰਟੀਜ਼ ਕਿ ਕਾਲਿਆਂ ਦੀ ਗੁਲਾਮੀ ਬੰਦ ਕਰੋ ਔਰ ਇਹਨਾਂ ਨੂੰ ਬਰਾਬਰ ਦੇ ਹੱਕ ਦਿਓ, ਉਹਨਾਂ ਦੇ ਉੱਤੇ ਇੱਕ ਗੋਰੀ ਭੀੜ ਨੇ ਹਮਲਾ ਕੀਤਾ ਐਲਾਬਾਮਾ ਦੇ ਵਿੱਚ। ਔਰ 1999 ਦੇ ਵਿੱਚ ਜਦੋਂ ਕਿ ਬੀਜਿੰਗ ਦੇ ਵਿੱਚ ਡੈਮੋਕ੍ਰੇਸੀ ਦੇ ਨਾਂ ਥੱਲੇ ਪ੍ਰੋਟੈਸਟ ਹੋ ਰਹੇ ਸੀ, ਸਟੂਡੈਂਟਸ ਕਰਦੇ ਸੀ ਜ਼ਿਆਦਾ, ਉਹਨਾਂ ਦੇ ਉੱਤੇ ਉਹਨਾਂ ਨੇ ਪੂਰਾ ਧਾਵਾ ਬੋਲਣ ਤੋਂ ਪਹਿਲਾਂ ਮਾਰਸ਼ਲ ਲਾਅ ਲਾਇਆ ਬੀਜਿੰਗ ਦੇ ਵਿੱਚ ਜੀ। ਜੀ ਡਾਕਟਰ ਸਾਹਿਬ ਤੁਹਾਡਾ ਧੰਨਵਾਦ। ਅੱਜ ਦਾ ਸਵਾਲ, ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਜਿੱਤ ਇੱਕ ਉਬਾਲ ਹੈ, ਕੀ ਕਹੋਗੇ ਡਾਕਟਰ ਸਾਹਿਬ ਤੁਸੀਂ ਇਸ ਬਾਰੇ? ਦੇਖੋ, ਬਾਦਲ ਇੱਕ ਬੜਾ ਜਿੱਥੇ ਬੇਈਮਾਨ ਤਾਂ ਹੈ ਸਿਰੇ ਦਾ, ਪਰ ਇੱਕ ਸ਼ਰੂਡ ਪੋਲੀਟੀਸ਼ੀਅਨ ਵੀ ਹੈ ਔਰ ਉਹਨੂੰ ਆਰਟੀਕੂਲੇਟ ਵੀ ਕਰਨਾ ਆਉਂਦਾ ਹੈ ਕਿ ਜੇ ਜਿੱਤ ਹੈ ਤੇ ਜਿੱਤ ਨੂੰ ਕਿਵੇਂ, ਕਿਹੜੇ ਈਡੀਐਮ 'ਚ ਦੇਣਾ ਹੈ, ਹਾਰ ਨੂੰ ਕਿਹਦੇ 'ਚ ਦੇਣਾ ਹੈ
ਔਰ ਇੱਕ ਗੱਲ ਜਿਹੜੀ ਉਹਨੂੰ ਸਮਝ ਆਈ ਹੋਈ ਹੈ ਵੀ ਲੋਕਾਂ ਦੀ ਮੈਮਰੀ ਬੜੀ ਘੱਟ ਹੁੰਦੀ ਹੈ। ਲੋਕਾਂ ਨੂੰ ਜੋ ਮਰਜ਼ੀ ਤੁਸੀਂ ਕਹੀ ਜਾਓ, ਜਿਹੜੀ ਗੱਲ ਉਹਨਾਂ ਨੇ ਅੱਜ ਸੁਣੀ ਹੈ ਉਹ ਉਹੀ ਗੱਲਾਂ ਕਰੀ ਜਾਣਗੇ, 2-4 ਮਹੀਨੇ ਬਾਅਦ ਉਹਨਾਂ ਨੂੰ ਭੁੱਲ ਜਾਂਦਾ ਵੀ ਪਹਿਲਾਂ ਕੀ ਕਿਹਾ ਸੀ ਜੀ। ਹੁਣ ਇਹੀ ਬਾਦਲ ਹੈ ਜਿਹਨੇ ਚੋਣਾਂ ਦੇ ਦੌਰਾਨ, ਚੋਣਾਂ ਤੋਂ ਪਹਿਲਾਂ ਇਹ ਕਿਹਾ ਸੀ ਜੀ ਅਸੀਂ 13 ਸੀਟਾਂ ਜਿਹੜੀਆਂ ਨੇ ਉਹ ਮੋਦੀ ਦੀ ਝੋਲੀ 'ਚ ਪਾਵਾਂਗੇ ਜੀ। ਸਭ ਤੋਂ ਪਹਿਲਾਂ ਮੋਦੀ ਨੂੰ ਲਿਆ ਕੇ ਪੰਜਾਬ ਦੇ ਵਿੱਚ, ਜਗਰਾਵਾਂ 'ਚ, ਦੂਸਰੀਆਂ ਥਾਵਾਂ ਤੇ, ਈਵਨ ਜਿੱਥੋਂ ਇਹਦੀ ਨੂੰਹ ਖੜੀ ਹੈ ਬਠਿੰਡੇ ਦੇ ਵਿੱਚ, ਮੋਦੀ ਦੀ ਰੈਲੀ ਕਰਵਾਈ ਔਰ ਅਰੁਣ ਜੇਤਲੀ ਨੂੰ ਖੁਦ ਜਾ ਕੇ ਪਿਓ ਪੁੱਤਰ ਲੈ ਕੇ ਆਏ। ਉਦੋਂ ਨਹੀਂ ਸੀ ਨਜ਼ਰ ਆਉਂਦਾ ਵੀ ਆਮ ਆਦਮੀ ਪਾਰਟੀ ਕੋਈ ਉਬਾਲ ਹੈ ਜੀ। ਇਹ ਲੈ ਕੇ ਆਏ ਔਰ ਇੱਥੇ ਕਹਿੰਦੇ ਰਹੇ ਜੀ ਇਹ ਫਾਈਨੈਂਸ ਮਿਨਿਸਟਰ ਬਣੇਗਾ, ਜੋ ਮੰਗੋਗੇ ਪੰਜਾਬੀਓ ਇਹ ਦੇਣਗੇ, ਇੱਕ ਵਾਰੀ ਸਾਨੂੰ ਬਣਾ ਦਿਓ, ਜੇਤਲੀ ਨੂੰ ਜਿਤਾ ਦਿਓ। ਸੋ ਅਸੀਂ ਸਮਝਦੇ ਹਾਂ ਕਿ ਵੀ ਉਹ ਜਿੱਥੇ ਇਹ ਲੱਗਿਆ ਉਹਦਾ ਬਿਆਨ ਪੰਜਾਬ ਸਪੈਕਟਰਮ ਤੇ ਵੀ ਆਇਆ, ਉਹਦੇ ਥੱਲੇ ਕਿਸੇ ਨੇ ਕਮੈਂਟ ਕੀਤਾ ਕਹਿੰਦਾ ਵੀ ਹਾਂ ਇਹ ਉਬਾਲ ਹੀ ਹੈ ਆਮ ਆਦਮੀ ਪਾਰਟੀ, ਪਰ ਤੁਹਾਡੇ ਵਰਗੇ ਕਰਪਟ ਪੋਲੀਟੀਸ਼ੀਅਨਸ ਔਰ ਡਰੱਗ ਸਮਗਲਰਸ ਨੂੰ ਸਾੜਨ ਦੇ ਲਈ, ਕਿਉਂਕਿ ਜਦੋਂ ਕੋਈ ਚੀਜ਼ ਉਬਲਦੀ ਹੈ ਤਾਂ ਉਬਲ ਕੇ ਇੱਕ ਵਾਰ ਤਾਂ ਜਿੱਥੇ ਡਿੱਗਦੇ ਉਹਨੂੰ ਸਾੜ ਦਿੰਦੇ। ਕਹਿੰਦਾ ਤੁਹਾਡਾ ਐਂਡ ਕਰੇਗੀ ਉਹ ਕਰਪਟ ਪੋਲੀਟੀਸ਼ੀਅਨਸ ਦਾ ਔਰ ਡਰੱਗ ਸਮਗਲਰਸ ਦਾ। ਸੋ ਅਸੀਂ ਸਮਝਦੇ ਹਾਂ ਵੀ ਕੋਈ ਵੀ ਚੀਜ਼, ਫਿਰ ਜਦੋਂ ਉਹਨੂੰ ਇਨਸਿਸਟ ਕੀਤਾ ਕਿ ਜੀ ਬਾਕੀ ਕਿਤੇ ਨਹੀਂ ਆਈ ਗੱਲ, ਪੰਜਾਬ 'ਚ ਕਿਉਂ ਆ ਗਏ, ਫਿਰ ਉਹ ਕਹਿੰਦਾ ਜੀ ਪੰਜਾਬ ਦੇ ਵਿੱਚ ਇਹ ਲੋਕ ਜਿਹੜੇ ਪੰਜਾਬ ਦੇ ਨੇ ਇਹ ਕ੍ਰਾਂਤੀ ਵਾਲੀ ਕੋਈ ਵੀ ਚੀਜ਼ ਨੂੰ ਜਿਹੜਾ ਛੇਤੀ ਫੜਦੇ ਨੇ। ਹੁਣ ਇੱਕੋ ਜ਼ਬਾਨ ਦੇ ਵਿੱਚ ਦੋ ਸਟੇਟਮੈਂਟਾਂ ਨੇ, ਇੱਕ ਪਾਸੇ ਉਬਾਲ ਤਾਂ ਹੁੰਦਾ ਵੀ ਐਵੇਂ ਅੰਗਰੇਜ਼ੀ 'ਚ ਕਹਿੰਦੇ ਨੇ ਕਿ ਸਟਾਰਮ ਇਨ ਦਾ ਟੀ ਕੱਪ, ਕਿ ਜੀ ਚਾਹ ਦੇ ਕੱਪ 'ਚ ਉਬਾਲ ਆਇਆ, ਜਿਵੇਂ ਚਾਹ ਉਬਲਦੀ ਹੁੰਦੀ ਕਿੰਨੀ ਹੁੰਦੀ ਬਹਿ ਜਾਂਦੀ, ਪਰ ਨਾਲ ਹੀ ਉਹ ਕਹਿੰਦੇ ਜੀ ਪੰਜਾਬ ਦੇ ਲੋਕ ਕ੍ਰਾਂਤੀ ਨੂੰ ਫੜਦੇ ਨੇ। ਹੁਣ ਐਡਮਿਟ ਵੀ ਕਰ ਰਿਹਾ ਕਿ ਵੀ ਇਹ ਇੱਕ ਉਬਾਲ ਨਹੀਂ ਹੈ, ਇਹ ਇੱਕ ਕ੍ਰਾਂਤੀ ਹੈ। ਉਹ ਵਕਤ ਪਿਆ ਹੋਇਆ, ਬਾਦਲ ਪਿਓ ਪੁੱਤਰ ਦਾ ਮੂੰਹ ਦੇਖੋ, ਮੇਰਾ ਖਿਆਲ ਹੈ ਉਹ ਜਾ ਕੇ ਰਾਤ ਜਿਹੜੀ ਨੀਂਦ ਨਹੀਂ ਆਉਂਦੀ ਹੈ ਇਹਨਾਂ ਨੂੰ ਕਿ 35 ਸੀਟਾਂ ਦੇ ਉੱਤੇ ਔਰ ਉਹਨਾਂ 'ਚੋਂ ਕਈ ਅਕਾਲੀ MLA ਸਿਟਿੰਗ ਨੇ ਜਿੱਥੋਂ ਉਹਨਾਂ ਨੇ ਜਿੱਤ ਲਈ ਹੈ। ਹਾਲਾਂਕਿ ਉਹ ਸਾਡੀ ਪਾਰਟੀ ਨਹੀਂ ਹੈ ਜਾਂ ਨਾ ਹੀ ਅਸੀਂ ਐਂਡੋਰਸ ਕੀਤਾ ਉਹਨਾਂ ਨੂੰ, ਪਰ ਇਹਨਾਂ ਦੇ ਹਵਾਲੇ ਨਾਲ ਗੱਲ ਕਰੀਏ ਵੀ ਕਿਵੇਂ ਬਾਦਲ ਆਪਣੀਆਂ ਟਰੂ ਇਮੋਸ਼ਨਸ ਲੁਕਾ ਸਕਦਾ ਜੀ, ਕਿਵੇਂ ਫੇਕ ਕਰ ਸਕਦਾ, ਤੇ ਜਦੋਂ ਉਹਨੂੰ ਸੀਰੀਅਸ ਸਵਾਲ ਪੁੱਛੇ ਫਿਰ ਕਹਿੰਦਾ ਸ਼ਾਂਤੀ ਸ਼ਾਂਤੀ ਸ਼ਾਂਤੀ, ਉੱਥੇ ਪ੍ਰੈਸ ਕਾਨਫਰੰਸ ਸ਼ਾਂਤੀ ਸ਼ਾਂਤੀ ਸ਼ਾਂਤੀ। ਸੋ ਅਸੀਂ ਸਮਝਦੇ ਹਾਂ ਵੀ ਇਸ ਗੱਲ ਨੇ, ਇਹ ਤੀਜੀ ਧਿਰ ਦੀ ਆਮਦ ਨੇ, ਸਾਨੂੰ ਦੁੱਖ ਹੈ ਕਿ ਜਿਹੜੀ ਸਾਡੀ ਕੈਪੇਬਿਲਿਟੀ ਹੋਣੀ ਚਾਹੀਦੀ ਸੀ ਤੀਸਰੀ ਧਿਰ ਦੀ ਜਿਹੜੀ ਸੀ ਅਸੀਂ ਗਵਾਈ ਹੈ, ਪਰ ਘੱਟੋ ਘੱਟ ਇਹ ਦੋਨੋਂ ਤਾਕਤਾਂ ਜ਼ਰੂਰ ਚੈਲੰਜ ਹੋਈਆਂ ਨੇ। ਸੋ ਇਹ ਇਸ ਗੱਲ ਨੇ ਇਹਨਾਂ ਨੂੰ ਫਿਕਰ ਪਾਇਆ ਹੋਇਆ ਜੀ। ਡਾਕਟਰ ਸਾਹਿਬ ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਲਹਿੰਦੇ ਪੰਜਾਬ ਦੇ ਸ਼ਾਇਰ ਸ਼ਾਹ ਹੁਸੈਨ ਦੇ ਦੋ ਬੰਦ ਲਿਖਤਾਂ ਦੇ ਚੁਣੇ ਨੇ ਜੀ, ਔਰ ਉਹਦੇ 'ਚ ਉਹੀ ਹੈ ਜਿਵੇਂ ਉਹਨਾਂ ਦਾ ਵੀ ਪੈਟ ਥੀਮ ਹੁੰਦਾ ਹੈ ਕਿ ਰੱਬ ਦੀ ਯਾਦ 'ਚ ਕੋਈ ਨਿਮਾਣਾ ਬਣ ਕੇ ਇੱਕ ਸਧਾਰਨ ਵੇਸ ਦੇ ਵਿੱਚ ਰਹਿੰਦੇ ਆ ਆਪਣਾ ਆਪ ਕੁਰਬਾਨ ਕਰਨਾ। ਸੋ ਇਹ ਕਹਿੰਦੇ ਨੇ ਸਾਧਾਂ ਦੀ ਮੈਂ ਗੋਲੀ ਹੋਸਾਂ, ਗੋਲੀਆਂ ਦੇ ਕਰਮ ਕਰੇਸਾਂ, ਚੌਂਕਾ ਫੇਰੀ ਮੈਂ ਦੇਈ ਬੁਹਾਰੀ, ਝੂਠੇ ਬਾਸਣ ਧੋਸਾਂ, ਪਿੱਪਲ ਪੱਤ ਚੁਣੇਂਦੀ ਵੱਤਾ, ਲੋਕ ਜਾਣੇ ਦੀਵਾਨੀ, ਗਹਿਲਾ ਲੋਕ ਨਾ ਹਾਲ ਦਾ ਮਹਿਰਮ, ਮੈਨੂੰ ਬਿਰਹੋ ਲਗਾਈ ਕਾਨੀ, ਲੋਕਾਂ ਸੁਣਿਆ ਦੇਸ਼ਾਂ ਸੁਣਿਆ, ਹੀਰ ਵੈਰਾਗਣ ਹੋਈ, ਇੱਕ ਸੁਣੇਂਦਾ ਲੱਖ ਸੁਣੇ, ਮੇਰਾ ਕਿਆ ਕਰੇਗਾ ਕੋਈ, ਸਾਵਲ ਦੀ ਮੈਂ ਬਾਂਦੀ ਵਰਦੀ, ਸਾਵਲ ਮੈਂਡਾ ਸਾਈਂ, ਕਹਿ ਹੁਸੈਨ ਫਕੀਰ ਨਿਮਾਣਾ, ਸਾਈਂ ਸਿੱਕਦੀ ਨੂੰ ਦਰਸ ਦਿਖਾਈ ਜੀ। ਸੋ ਦੋ ਅਲੰਕਾਰ ਉਹਨਾਂ ਨੇ ਚੁਣੇ ਨੇ ਇਸ ਦੇ ਵਿੱਚ। ਪਹਿਲਾ ਤਾਂ ਉਹਨਾਂ ਨੇ ਸਾਧਾਂ ਦੀ ਮੈਂ ਗੋਲੀ ਹੋਸਾਂ, ਕਿ ਜਿਹੜੇ ਰੱਬ ਦੇ ਰਸਤੇ ਤੇ ਤੁਰੇ ਹੋਏ ਬੰਦੇ ਨੇ ਜਿਨ੍ਹਾਂ ਨੇ ਮਨ ਨੂੰ ਸਾਧਿਆ ਹੋਇਆ ਹੈ ਉਹਨਾਂ ਦੀ ਮੈਂ ਨੌਕਰਾਣੀ ਬਣਾ। ਗੋਲੀਆਂ ਦੇ ਕਰਮ ਕਰੇਸਾਂ, ਜਿਵੇਂ ਨੌਕਰ, ਗੋਲਾ, ਗੋਲੀ ਜਿਹੜੇ ਇਹ ਗੁਲਾਮ ਦੇ ਲਈ, ਨੌਕਰ ਦੇ ਲਈ ਸ਼ਬਦ ਹੁੰਦੇ ਨੇ ਜੀ। ਚੌਕਾ ਫੇਰੀ ਮੈਂ ਦਈ, ਮੈਂ ਉਸ ਰੱਬ ਦੇ ਬੰਦੇ ਦਾ ਜਿਹੜਾ ਰੱਬ ਦੇ ਨਾਲ ਜੋੜਦਾ ਉਸ ਦਾ ਮੈਂ ਚੌਂਕਾ ਜਿਹੜਾ ਉਸ ਨੂੰ ਸੰਭਾਲਾਂਗੀ, ਮੈਂ ਬੁਹਾਰੀ ਦਿਆਂਗੀ, ਝਾੜੂ ਪੋਚਾ, ਝੂਠੇ ਬਾਸਣ ਧੋਸਾਂ, ਝੂਠੇ ਬਰਤਨ ਧੋਆਂ, ਪਿੱਪਲ ਪੱਤ ਚੁਣੇਂਦੀ ਵੱਤਾ, ਵੱਤ ਲਹਿੰਦੇ ਪੰਜਾਬ 'ਚ ਕਹਿੰਦੇ ਨੇ ਕਿ ਮੈਂ ਜਿਹੜੇ ਨੇ ਪੱਥਰ ਚੁਣਾਂਗੀ, ਲੋਕ ਜਾਣੇ ਦੀਵਾਨੀ, ਕਿ ਲੋਕ ਸਮਝਦੇ ਨੇ ਕਿ ਮੈਨੂੰ ਕੀ ਹੋਇਆ, ਮੈਂ ਇਹ ਰੱਬ ਦੇ ਬੰਦਿਆਂ ਦੇ ਪਿੱਛੇ ਤੁਰਦੀ ਆਪਣੀ ਸਾਰੀ ਸੁੱਧ ਬੁੱਧ ਆਪਣੀ ਭੁੱਲ ਗਏ, ਗਹਿਲਾ ਲੋਕ ਨਾ ਹਾਲ ਦਾ ਮਹਿਰਮ, ਮੈਨੂੰ ਬਿਰਹੋ ਲਗਾਈ ਕਾਨੀ, ਕਿ ਇਹ ਮੂਰਖ ਲੋਕ ਨਹੀਂ ਸਮਝਦੇ ਕਿ ਮੈਨੂੰ ਤਾਂ ਬਿਰਹੋ ਦੀ, ਵਿਛੋੜੇ ਦੀ ਉਹ ਅੱਗ ਲੱਗੀ ਹੋਈ ਹੈ ਜਿਹੜੀ ਮੈਨੂੰ ਬਹਿਣ ਨਹੀਂ ਦਿੰਦੀ, ਤੇ ਉਸ ਬਿਰਹੋ ਦੀ ਅੱਗ ਦੇ ਥੱਲੇ ਮੈਂ ਰੱਬ ਦੇ ਬੰਦਿਆਂ ਦੇ ਪਿੱਛੇ ਜਿਹੜੀ ਹੈ ਉਹ ਭੱਜੀ ਫਿਰਦੀ ਹੈ, ਉਸ ਦੇ ਪਿੱਛੇ
ਜਿਹੜਾ ਹੈ ਉਹ ਲੋਕਾਂ ਸੁਣਿਆ, ਦੇਸਾਂ ਸੁਣਿਆ, ਹੀਰ ਬੈਰਾਗਣ ਹੋਈ। ਹੁਣ ਜਦੋਂ ਉਹਨੇ ਬੈਰਾਗੀ ਜਿਹੜੀ ਬਿਰਹੋ ਲਗਾਈ, ਕਾਨੀ ਦੀ ਗੱਲ ਕੀਤੀ ਹੈ, ਤੇ ਬਿਰਹੋ ਕਿਵੇਂ ਵਿਛੋੜੇ ਦੀ ਅੱਗ ਹੁੰਦੀ ਹੈ, ਫਿਰ ਉਹਨਾਂ ਨੇ ਹੀਰ ਦਾ ਜ਼ਿਕਰ ਕੀਤਾ ਹੈ ਕਿ ਲੋਕ ਜਾਣਦੇ ਨੇ, ਦੇਸ਼ ਜਾਣਦੇ ਨੇ, ਹੀਰ ਬੈਰਾਗਣ ਹੋਈ, ਕਿ ਹੀਰ ਜਿਹੜੀ ਹੈ ਉਹ ਵੈਰਾਗ ਦੇ ਵਿੱਚ ਹੈ। ਇੱਕ ਸੁਣੇਂਦਾ ਲੱਖ ਸੁਣੇ, ਮਿਆਰਾ ਕਿਆ ਕਰੇਗਾ ਕੋਈ। ਜਿਵੇਂ ਹੀਰ ਦਾ ਇਹ ਵੈਰਾਗ ਸੀ, ਉਹਨੇ ਬੇਪਰਵਾਹੀ ਵਿਖਾਈ। ਜੇ ਕਿਸੇ ਨੇ ਕਿਹਾ ਵੀ ਇਹ ਕੀ ਹੈ, ਤੇ ਉਸ ਨੇ ਕਿਹਾ ਕਿ ਰਾਂਝਣ ਰਾਂਝਣ ਆਖਦੀ, ਮੈਂ ਆਪੇ ਰਾਂਝਾ ਹੋਈ, ਸੱਦੋ ਨਹੀਂ ਮੈਨੂੰ ਧੀਦੋ ਰਾਂਝਾ, ਹੀਰ ਨਾ ਆਖੋ ਕੋਈ। ਹੁਣ ਬੇਸ਼ੱਕ ਇਸ਼ਕ ਮਿਜ਼ਾਜੀ ਦੀ ਗੱਲ ਹੈ, ਸੁਣਦੇ ਨੇ ਤੇ ਉਹਨਾਂ ਦੇ ਲਈ ਰਾਂਝਾ ਨਿਰੰਕਾਰ ਹੈ, ਹੀਰ ਰੂਹ ਹੈ। ਕਿ ਜਿਵੇਂ ਮਿਜ਼ਾਜ ਦੇ ਵਿੱਚ, ਮਿਜ਼ਾਜੀ ਦੁਨੀਆ 'ਚ ਇੱਕ ਹੀਰ ਆਪਣੇ ਪਿਆਰੇ ਦੇ ਲਈ ਤੜਫ ਤੜਫ ਕੇ ਉਸ ਦੇ ਬਿਰਹਾ 'ਚ ਹੈ, ਫਿਰ ਮਿਲਣ ਦੀ ਤਾਂਘ ਕਰਦੀ ਹੈ, ਇਵੇਂ ਹੀ ਇਹ ਰੂਹ ਜਿਹੜੀ ਹੈ ਆਪਣੇ ਪਿਆਰੇ ਪ੍ਰੀਤਮ ਦੇ ਵੈਰਾਗ ਦੇ ਵਿੱਚ, ਬਿਰਹਾ ਦੇ ਵਿੱਚ। ਫਿਰ ਸਾਵਲ ਦੀ ਮੈਂ ਬਾਂਦੀ ਵਰਦੀ, ਸਾਵਲ ਮੈਂਡਾ ਸਾਈਂ। ਸਾਵਲ ਕਾਲੇ ਨੂੰ ਕਹਿੰਦੇ ਨੇ। ਹੁਣ ਕਈ ਵਾਰ ਇਹ ਸ਼ਬਦ ਕ੍ਰਿਸ਼ਨ ਲਈ ਵੀ ਇਸਤੇਮਾਲ ਹੁੰਦਾ ਹੈ, ਕਿਉਂਕਿ ਕ੍ਰਿਸ਼ਨ ਦਾ ਮਤਲਬ ਵੀ ਸੰਸਕ੍ਰਿਤ ਦੇ ਵਿੱਚ ਕਾਲਾ ਹੁੰਦਾ ਹੈ। ਸੋ ਜਿਨ੍ਹਾਂ ਨੂੰ ਕ੍ਰਿਸ਼ਨ ਭਗਵਾਨ ਕਹਿੰਦੇ ਨੇ, ਇਨਫੈਕਟ ਉਹਨਾਂ ਦਾ ਰੰਗ ਕਾਲਾ ਸੀ, ਇਸ ਲਈ ਉਹਨਾਂ ਨੂੰ ਸਾਂਵਲੇ ਸਾਂਵਰੀਆ ਵੀ ਕਹਿੰਦੇ ਨੇ, ਕਿ ਵੀ ਇਹ ਗੋਪੀਆਂ ਨੇ ਘੜਿਆ ਸੀ ਨਾ। ਸੋ ਇਹਨਾਂ ਨੇ ਵੀ ਜਿਹੜਾ ਇਸ ਸ਼ਬਦ ਨੂੰ ਚੁਣਿਆ ਕਿ ਮੈਂ ਉਸ ਸਾਂਵਲੇ ਦੀ, ਉਸ ਪਿਆਰੇ ਦੀ ਮੈਂ ਬਾਂਦੀ ਹਾਂ, ਨੌਕਰਾਣੀ ਹੈ, ਸਾਵਲ ਮੈਡਾ ਸਾਈਂ, ਉਹੀ ਮੇਰਾ ਮਾਲਕ ਹੈ। ਕਹਿ ਹੁਸੈਨ ਫਕੀਰ ਨਮਾਣਾ, ਸਾਈਂ ਸਿੱਕਦੀ ਨੂੰ ਦਰਸ ਦਿਖਾਈ। ਸੋ ਅਲਟੀਮੇਟਲੀ ਚਾਹਨਾ ਇਹ ਹੈ ਕਿ ਮਿਲ ਮੇਰੇ ਪ੍ਰੀਤਮਾ ਜੀਓ, ਤੁਧ ਬਿਨ ਖਰੀ ਨਮਾਣੀ, ਮੈਂ ਨੈਣੀ ਨੀਂਦ ਨਾ ਆਵੇ ਜੀਓ, ਭਾਵੇ ਅੰਨ ਨ ਪਾਣੀ, ਪਾਣੀ ਅੰਨ ਨ ਭਾਵੇ, ਮਰੀਏ ਹਾਵੇ, ਵਿਣ ਪਿਰ ਕਿਉਂ ਸੁਖ ਪਾਈਏ। ਕਿ ਵੀ ਨਾ ਅੰਨ ਚੰਗਾ ਲੱਗਦਾ, ਨਾ ਪਾਣੀ ਚੰਗਾ ਲੱਗਦਾ, ਪਿਆਰੇ ਤੋਂ ਬਿਨਾ ਕਿਵੇਂ ਸੁਖ ਮਿਲੇ। ਸੋ ਇਹੀ ਭਾਵ ਜਿਹੜਾ ਹੈ ਇਹ ਸ਼ਾਹ ਹੁਸੈਨ ਦੀ ਲਿਖਤ ਰਾਹੀਂ ਜ਼ਾਹਰ ਹੁੰਦਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਵਿਊਅਰਸ, ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਕੀਮਤੀ ਸਮੇਂ ਵਿੱਚ ਸਮਾਂ ਕੱਢ ਕੇ ਸਾਨੂੰ ਆਪਣੇ ਰਾਏ ਤੇ ਸੁਝਾਅ ਭੇਜੇ, ਤੇ ਇਸ ਤਰ੍ਹਾਂ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਡਾਕਟਰ ਸਾਹਿਬ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।